ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਰਸ਼ ਮਿਹਰਬਾਨੀ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ। ਜੌਲ ਸਾਹਿਬ ਲੌਂਗ ਵੀਕਐਂਡ ਸਿਵਿਕ ਹੌਲੀਡੇ ਸ਼ੁਰੂ ਹੋ ਚੁੱਕਾ ਹੈ ਜੀ। ਕੀ ਇਹਨੇ ਤਾਂ ਕੱਲ ਤੋਂ ਹੀ ਸ਼ੁਰੂ ਕਰਤਾ ਮਨਾਉਣਾ, ਬਿਕਾਜ਼ ਕੱਲ ਥਰਸਡੇ ਸੀ, ਮਿਨੀ ਫਰਾਈਡੇ ਹੁੰਦਾ ਤੇ ਜਿੱਥੇ ਸਿਵਿਕ ਹੌਲੀਡੇ ਆ ਉੱਥੇ ਪੁਲਿਸ ਵੱਡੀ ਤਾਦਾਦ ਦੇ ਵਿੱਚ ਟ੍ਰੈਫਿਕ ਦੇ ਰੋਡਸ ਉੱਤੇ ਕਾਫੀ ਅੱਜ ਰਹਿਣਗੀਆਂ ਜੀ। ਹਾਂ ਬਿਲਕੁਲ ਅਰਸ਼, ਇਹ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਦੋਂ ਮੌਸਮ ਵਧੀਆ ਹੋਵੇ ਤੇ ਉਦੋਂ ਫਿਰ ਜਿਹੜੀ ਇਹ ਸਪੀਡਿੰਗ ਆ ਜਾਂ ਫਿਰ ਡਿਸਟਰੈਕਸ਼ਨ ਆ ਜਾਂ ਫਿਰ ਇਹ ਕਹਿ ਲਓ ਇੰਪੇਅਰਡ ਡਰਾਈਵਿੰਗ ਹੈ ਜੀ, ਜਾਂ ਫਿਰ ਚਲੋ ਸਾਰੀਆਂ ਕੁਝ ਜੇ ਨਾ ਵੀ ਹੋਵੇ ਤੇ ਸੀਟ ਬੈਲਟਾਂ ਲਾਉਣ ਦੀ ਜਿਹੜੀ ਅਲਗਰਜੀ ਹੈ ਵੀ ਕੋਈ ਨਹੀਂ ਇੱਥੇ ਤੱਕ ਹੀ ਜਾਣਾ, ਇਹ ਜਿਹੜੇ ਮੇਨ ਫੈਕਟਰਸ ਆ ਜਿਨ੍ਹਾਂ ਕਰਕੇ ਆਮ ਐਕਸੀਡੈਂਟ ਸੜਕਾਂ ਤੇ ਵਾਪਰਦੇ ਵੀ ਆ ਤੇ ਵੱਡੀਆਂ ਤਬਾਹੀਆਂ, ਜਾਨਾਂ ਤੇ ਮਾਲ ਦਾ ਨੁਕਸਾਨ ਹੁੰਦਾ ਜੀ। ਵੀ ਇਹ ਸਭ ਕੁਝ ਨਾ ਹੋਵੇ ਜਾਂ ਐਟਲੀਸਟ ਮਤਲਬ ਲਿਮਿਟ ਵਿੱਚ ਰਹੇ ਵੀ ਨਾ ਹੋਵੇ ਤਾਂ ਹੁਣ ਜਿੰਨਾ ਚਿਰ ਲੋਕ ਨਹੀਂ ਸਾਥ ਦਿੰਦੇ, ਸੁਣਦੇ ਜਾਂ ਸੁਣਦੀਆਂ ਵੀ ਉਹਨਾਂ ਚਿਰ ਤੱਕ ਇੱਥੋਂ ਇਹ ਹਟਣਾ ਸਾਰਾ ਕੁਝ ਜੋ ਵਾਪਰ ਰਿਹਾ, ਕਿਉਂਕਿ ਅਸੀਂ ਮਾੜੇ ਮੌਸਮ 'ਚ ਵੀ ਮੌਸਮਾਂ ਦਾ ਕਸੂਰ ਕੱਢੀ ਜਾਂਦੇ ਹਾਂ, ਚੰਗੀਆਂ ਦੁਨੀਆ ਦੇ ਨੰਬਰ 1 ਦੇਸ਼ ਦੀਆਂ ਸੜਕਾਂ 'ਚ ਵੀ ਨੁਕਸ ਕੱਢੀ ਜਾਂਦੇ ਹਾਂ ਤੇ ਹੋਰ ਉੱਥੋਂ ਤਾਂ ਚਲੋ ਆਪਾਂ ਵੀ ਭੀੜੇ ਪੁਲ ਜਾਂ ਵੀ ਦਰਖਤ ਜਾਂ ਬਾਕੀ ਸਭ ਕੁਝ ਦੇ ਨੁਕਸ ਕੱਢਦੇ ਆਈ। ਚਲੋ ਐਕਸੀਡੈਂਟਸ ਦੇ ਵਿੱਚ ਸੜਕਾਂ ਤੇ ਆਪਾਂ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਇਹੀ ਹਾਲ ਆ, ਪਰ ਕਿਤੇ ਨਾ ਕਿਤੇ ਜਾਣੀ ਆ ਜਿਹੜੀਆਂ 4 ਮੇਨ ਫੈਕਟਰ ਪੁਲਿਸ ਕਨਕਲੂਡ ਕਰਦੇ ਨੇ ਇਹ ਸਾਰੀ ਦੁਨੀਆ ਦੇ ਵਿੱਚ ਹੀ ਇੱਦਾਂ ਆ। ਬਹੁਤ ਵੱਡੀ ਤਰਾਸਦੀ ਜਾਣੀ ਕਿ ਇੰਪੇਅਰਡ ਡਰਾਈਵਿੰਗ ਉੱਥੇ ਪੰਜਾਬ 'ਚ ਭਾਰਤ ਦੇ ਵਿੱਚ ਵੀ ਹੈਗੀ ਹੈ, ਜਿਹਨੂੰ ਕਿ ਲੋਕ ਸਮਝਦੇ ਨਹੀਂ ਵੀ ਕੋਈ ਏਡੀ ਵੱਡੀ ਗੱਲ ਆ ਹਨਾ। ਤੇ ਉੱਥੇ ਪੁਲਿਸਾਂ ਦਾ ਪ੍ਰਸ਼ਾਸਨਾਂ ਦਾ ਵੀ ਹੁਣ ਚਲੋ ਇੱਧਰੋਂ ਹੌਲੀ ਹੌਲੀ ਤੁਹਾਨੂੰ ਪਤਾ ਵੀ ਸਾਰੇ ਪਾਸੇ ਫਿਰ ਜਦੋਂ ਹੁਣ ਕਮਿਊਨੀਕੇਸ਼ਨ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦਾ ਵੀ ਇੱਧਰ ਪੁਲਿਸਾਂ ਕੀ ਕਰਦੀਆਂ, ਇਹ ਸਭ ਕੁਝ ਨੱਥਣ ਲਈ ਤੇ ਪੰਜਾਬ ਵਾਲੇ ਵੀ ਹੁਣ ਕਾਪੀ ਕਰ ਰਹੇ ਆ ਹੌਲੀ ਹੌਲੀ ਹਨਾ ਜੀ। ਤੇ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਆ ਜੀ ਵੀ ਹੋਣਗੇ ਇੱਥੇ ਵੀ ਲੋਕ ਜਿਹੜੇ ਜੰਮੇ ਪਲੇ ਜਾਣੀ ਇਹ ਗਲਤੀਆਂ ਕਰਦੇ, ਪਰ ਜਿਹੜੇ ਇਹ ਆਸ ਵੱਜਦੀ ਸੀ ਵੀ ਆਪਾਂ ਬਾਹਰੋਂ ਆਏ ਸੀ ਜਾਂ ਆਈਆਂ ਸੀ, ਸਾਡੇ ਤੋਂ ਬੈਟਰ ਦੀ ਆਸ ਹੁੰਦੀ ਆ ਵੀ ਅਸੀਂ ਬੈਟਰ ਲਾਈਫ ਵਾਸਤੇ ਆਏ ਆ ਤੇ ਬੈਟਰ ਲਾਈਫ ਮਿਲਣੀ ਆ ਬੈਟਰ ਕੰਮ ਦੇ ਨਾਲ ਵੀ ਅਸੀਂ ਨਹੀਂ ਜਾਣੀ ਸ਼ਰਾਬਾਂ ਪੀ ਕੇ ਗੱਡੀਆਂ ਚਲਾਵਾਂਗੇ, ਅਸੀਂ ਨਹੀਂ ਜਾਣੀ ਬਿਨਾਂ ਸੀਟ ਬੈਲਟ ਲਾਇਆ ਟਰੈਵਲ ਕਰਾਂਗੇ ਹਨਾ, ਅਸੀਂ ਨਹੀਂ ਜਾਣੀ ਬੇਧਿਆਨੀ ਜਿਹੜੀ ਵਰਤਾਂਗੇ ਸੈੱਲਫੋਨ ਜਾਂ ਬਾਕੀ ਸਭ ਕੁਝ ਗੱਡੀ ਚਲਾਉਂਦੇ ਆ ਹਨਾ ਜੀ। ਸੋ ਅਸੀਂ ਨਹੀਂ ਪੀ ਜਾਣੀ ਸਪੀਡਿੰਗ ਕਰਾਂਗੇ, ਤੇਜ਼ ਰਫ਼ਤਾਰੀਆਂ ਇਹ ਸੜਕਾਂ ਦੇ ਉੱਤੇ। ਪਰ ਹੁਣ ਜਿਹੜੀਆਂ GTA ਦੇ ਵਿੱਚ ਟਿਕਟਾਂ ਮਿਲਦੀਆਂ ਸਭ ਕੁਝ ਆਪਣੇ ਸਾਹਮਣੇ ਆ, ਜੋ ਵੀ ਸਿਨੈਰੀਓ ਆ ਜੀ, ਇਹ ਸਭ ਕੁਝ ਜਾਣੀ ਵਿਦਨ ਲਿਮਿਟਸ ਰਵੇ ਐਟਲੀਸਟ। ਇਹਦੇ ਕਰਕੇ ਪੁਲਿਸਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਲੌਂਗ ਵੀਕਐਂਡ ਇਹ ਜਿਹੜਾ ਸਿਵਿਕ ਹੌਲੀਡੇ ਆ ਰਿਹਾ ਮੰਡੇ ਦਾ, ਅੱਜ ਤੋਂ ਜਾਣੀ ਕਿ ਵੀ ਕਾਫੀ ਚੌਕਸੀ ਜਿਹੜੀ ਸੜਕਾਂ ਤੇ ਰੱਖੀ ਜਾਣੀ ਆ, ਕਿਉਂਕਿ ਮੰਗਲਵਾਰ ਤੱਕ ਜਿਹੜਾ ਜੀ ਵੀ ਆਪਾਂ ਦੇਖਾਂਗੇ ਵੀ ਨੀਲੇ ਆਕਾਸ਼ ਦੇ ਵਿੱਚ ਸੂਰਜ ਚਮਕਣ ਵਾਲੀ ਗੱਲ ਹੈ, ਮੌਸਮ ਰਹਿਣਾ ਗਰਮ ਤੇ ਖੁਸ਼ਕ, ਫਿਰ ਰੁਝਾਨ ਹੋਣਗੇ ਝੀਲਾਂ ਵੱਲ ਨੂੰ ਵੀ, ਦਰਿਆਵਾਂ ਵੱਲ ਨੂੰ ਵੀ ਤੇ ਹੋਰ ਪਤਾ ਨਹੀਂ ਕਿੱਧਰ ਨੂੰ ਵੀ ਆਨੰਦ ਮਾਣਨ ਦੇ ਵਾਸਤੇ, ਫਨ ਕਰਨ ਦੇ ਲਈ ਜੀ। ਪਰ ਵੀ ਇਹ ਵੀ ਫਿਰ ਆਪਾਂ ਚਾਹੁੰਦੇ ਹੁੰਦੇ ਆ ਵੀ ਜਾਣੀ ਹਰ ਇੱਕ ਭੈਣ ਭਰਾਈ ਵੈਸੇ ਤੇ ਚਾਹੁੰਦਾ ਵੀ ਜੇ ਫਨ ਕਰਕੇ ਚੱਲੇ ਆ ਤੇ ਫਿਰ ਫਨ ਕਰਕੇ ਆਈਏ ਵੀ। ਜਿੰਨੇ ਜੀ ਘਰੋਂ ਚੱਲੇ ਆ ਵੀ ਓਨੇ ਤੇ ਓਨੀਆਂ ਜਾਣੀ ਕਿ ਹੱਸਦੇ ਖੇਡਦੇ ਮੁੜ ਕੇ ਵੀ ਆ ਜਾਈਏ ਜੀ। ਇੱਕ ਅੱਧੇ ਨੂੰ ਦਰਿਆ ਜਾਂ ਝੀਲ 'ਚ ਇੱਕ ਅੱਧੀ ਨੂੰ ਛੱਡ ਕੇ ਆ ਜਾਈਏ ਹਾਂਜੀ। ਸੋ ਇਸ ਕਰਕੇ ਗਏ ਸੀ ਫਨ ਕਰਨ ਤੇ ਲੈ ਕੇ ਆ ਗਏ ਕਲਪਨਾ ਜੀਵਨ ਭਰ ਦੀ ਕਈ ਵਾਰੀ। ਸੋ ਇਸ ਕਰਕੇ ਡੁੱਬ ਕੇ ਨਹੀਂ ਮਰਨਾ। ਇਹ ਵੀ ਜੇ ਨਹੀਂ ਪਾਣੀ ਦੇ ਵਿੱਚ ਜਾ ਕੇ ਸੰਭਲਣ ਦੀ ਸਕਿੱਲ ਤੇ ਫਿਰ ਪਾਣੀ ਤੋਂ ਦੂਰ ਰਹਿਣਾ ਬਿਹਤਰ ਹੈ। ਦੂਰ ਰਹਿ ਕੇ ਵੀ ਬੜਾ ਵਧੀਆ ਆਨੰਦਿਤ ਹੋਇਆ ਜਾ ਸਕਦਾ, ਜ਼ਰੂਰੀ ਨਹੀਂ ਗਾ ਵੀ ਪਾਣੀ ਦੇ ਵਿੱਚ ਜਾ ਕੇ ਜਾਣੀ ਵੀ ਆਪਾਂ ਨੂੰ ਆਨੰਦ ਆਉਣਾ। ਬਾਹਰ ਬੈਠ ਕੇ ਲੋਕਾਂ ਨੂੰ ਦੇਖਣ ਦਾ ਹਨਾ, ਉਹ ਇੱਕ ਵੱਖਰਾ ਆਨੰਦ ਹੈ। ਉੱਥੇ ਹਵਾ ਹੀ ਐਸੀ ਪਿਆਰੀ ਚੱਲਦੀ ਆ ਵੀ ਤੁਹਾਨੂੰ ਹਾਂਜੀ ਜੀ ਕੁਦਰਤ ਦਾ ਉੱਥੇ ਬੈਠ ਕੇ ਮੋਹ ਬੜਾ ਆਉਂਦਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਜਿੰਨੀ ਕੁ ਆਪਣੀ ਜਾਣੀ ਲਿਮਿਟ ਹੋਵੇ, ਸੀਮਾ ਹੋਵੇ, ਉਹਦੇ ਵਿੱਚ ਰਹਿ ਕੇ ਇਸ ਲੌਂਗ ਵੀਕਐਂਡ ਨੂੰ ਮੰਨਣਾ। ਕੁੱਲ ਮਿਲਾ ਕੇ ਜਾਣੀ ਆਪਾਂ ਜਾ ਗਏ ਹਾਂ ਜੀ 210ਵੇਂ ਦਿਨ ਦੇ ਵਿੱਚ, 2022 ਸਾਲ ਚੱਲ ਰਿਹਾ ਹੈ ਜੀ। 210ਵੇਂ ਦਿਨ ਦੇ ਵਿੱਚ ਆ ਗਏ ਹਾਂ ਤੇ ਨਵਾਂ ਸਾਲ 155 ਦਿਨਾਂ ਬਾਅਦ ਹੁਣ ਚੜ੍ਹਨਾ ਹੈ। ਇਸ ਨਵੇਂ ਸਾਲ ਆਉਣ ਤੋਂ ਪਹਿਲਾਂ ਸਾਲ 2022 ਦੇ ਵਿੱਚ ਬਚ ਗਏ 155 ਦਿਨ ਜੀ। ਇਹ ਗੱਲ ਇਸ ਕਰਕੇ ਆ ਵੀ ਜੇ ਪਿਛਲੇ 209 ਦਿਨਾਂ ਦੇ ਵਿੱਚ ਨਹੀਂ ਕੁਝ ਕਰ ਸਕੇ ਜੋ ਸੋਚਿਆ ਸੀ ਵੀ ਇਸ ਸਾਲ ਵਿੱਚ ਕਰਾਂਗੇ, ਤੇ ਫਿਰ ਉਹਦੇ ਲਈ 155 ਦਿਨ ਬਾਕੀ ਬਚ ਗਏ ਆ। ਬਾਕੀ ਜਿਹੜੇ ਆਮ ਹੁੰਦੇ ਆ ਨਵੇਂ ਸਾਲ ਦੇ ਮੌਕੇ ਤੇ ਰੈਜ਼ੋਲੂਸ਼ਨਸ ਦੀ ਚਰਚਾ ਬੜੀ ਚੱਲਦੀ ਆ, ਉਹ ਫਿਰ ਭੁੱਲ ਭੁਲਾ ਵੀ ਜਾਂਦੇ ਆ ਕਈ ਵਾਰੀ ਆਪਾਂ। ਤੇ ਇਸ ਸਾਲ ਦਾ ਰੈਜ਼ੋਲੂਸ਼ਨ ਇਹ ਰੱਖਿਆ ਸੀਗਾ ਵੀ ਸਰੀਰਾਂ ਦੇ ਭਾਰ ਵੀ ਆਪਾਂ ਦੇਖਣੇ ਆ, ਘਟਾਉਣੇ ਆ ਕਿ ਵਧਾਉਣੇ ਆ। ਪਰ ਸਰੀਰ ਤੇ ਭਾਰ 2-4 ਕਿਲੋ ਚਲੋ ਵੱਧ ਹੋਇਆ ਘੱਟ ਹੋਇਆ ਸ਼ਾਇਦ ਉਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ, ਪਰ ਥੋੜਾ ਜਿਹਾ ਅਸੀਂ ਸਿਰ ਦਾ ਭਾਰ ਜ਼ਰੂਰ ਚੈੱਕ ਕਰਨਾ ਇਸ ਸਾਲ ਦੇ ਦੌਰਾਨ ਵੀ ਜੇ ਸਿਰ ਦੇ ਵਿੱਚ ਕੋਈ ਨੁਕਸ ਆ ਉਹ ਠੀਕ ਕਰ ਦਈਏ ਤਾਂ ਕਿ ਕੈਨੇਡਾ ਜਿਹੜਾ ਜੀ ਵੀ ਸਾਨੂੰ
ਕੈਨੇਡਾ ਬਣਿਆ ਰੱਖਣ ਦੇ ਵਿੱਚ ਸਹਾਇਤਾ ਪ੍ਰਾਪਤ ਹੋਵੇ, ਅਸੀਂ ਇੱਥੇ ਆਪਣੇ ਜੀਵਨ ਦਾ ਸਵਰਗ ਵਾਕਿਆ ਹੀ ਸਿਰਜ ਸਕੀਏ ਜੀ 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 ਆਪਣੇ ਕਿਰਦਾਰ ਦੇ ਬਲਬੂਤੇ ਤੇ। ਜੋਲ ਸਾਹਿਬ, ਹਰ ਇੱਕ ਕੰਟਰੀ ਦਾ ਨਾ ਇੱਕ ਕੋਈ ਨਾ ਕੋਈ ਕਹਿ ਲਓ ਇੱਕ ਮੋਟਿਵ ਹੁੰਦਾ, ਇੱਕ ਨੰਬਰ ਹੁੰਦਾ ਕਿ ਇੰਨੇ ਆਪਾਂ ਇਮੀਗ੍ਰੈਂਟਸ ਲੈ ਕੇ ਆਉਣੇ, ਚਾਹੇ ਉਹ ਵਰਕ ਵੀਜ਼ੇ ਤੇ ਹੋਵੇ, ਰੈਜ਼ੀਡੈਂਟ ਵੀਜ਼ੇ ਤੇ ਹੋਵੇ, ਜਾਂ PR ਦੇ ਉੱਤੇ ਹੋਵੇ, ਜਾਂ ਈਵਨ ਵਿਜ਼ਿਟਰ ਦੇ ਵਿੱਚ ਹੋਵੇ, ਕੁਝ ਚੰਦ ਨੰਬਰਸ ਹੁੰਦੇ ਨੇ। ਤਾਂ ਕਿਤੇ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਲੈਵਲਸ ਆਰ ਦ ਸੇਮ ਥਿੰਗ ਜੀ। ਜੇ ਦੇਖਿਆ ਜਾਵੇ ਤਾਂ ਇਕਨੋਮਿਕ ਐਂਡ ਰੀਜਨਲ ਇਮੀਗ੍ਰੇਸ਼ਨ ਸੈਟਲਮੈਂਟਸ ਤੋਂ ਇਲਾਵਾ ਜਿਹੜੇ IRCC ਆ ਉਹ ਫੋਲੋ ਕਰ ਰਹੇ ਨੇ ਜੀ ਆਪਣੇ ਜਿਹੜੇ ਨੰਬਰਸ ਨੇ ਕਿ ਇੰਨੇ ਬੰਦੇ ਇਸ ਸਾਲ ਆਉਣੇ ਚਾਹੀਦੇ ਆ। ਤੇ ਇਸ ਸਾਲ ਕਾਫੀ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੈਂਟਸ ਆ ਰਹੇ ਨੇ ਜੀ, ਐਕਸਪੈਕਟਡ ਇਨ ਦਾ 2023-2025 ਜਿਹੜੇ ਸਾਲਾਂ ਦੇ ਵਿੱਚ ਜਿਹੜੇ ਆ ਰਹੇ ਨੇ ਜੀ। ਹਾਂ ਬਿਲਕੁਲ ਅਰਸ਼, ਦੇਖੋ ਜੀ ਵੀ ਸਾਡੇ ਉੱਥੇ ਚਲੋ ਭਾਰਤ ਦਾ ਤੇ ਲੱਗਦਾ ਨਹੀਂ ਕੋਈ ਇਹੋ ਜਿਹਾ ਕੋਟਾ ਵੀ ਉਹ ਸ਼ਾਇਦ ਉਹਨਾਂ ਦਾ ਇਦਾਂ ਹੀ ਆ, ਜਿੰਨੇ ਮਰਜ਼ੀ ਚੱਲੀ ਜਾਓ ਤੇ ਜਿੰਨੇ ਮਰਜ਼ੀ ਆ ਜਾਓ। ਆਉਣਾ ਤੇ ਚਲੋ ਉੱਥੇ ਤੁਹਾਨੂੰ ਸਾਹਮਣੇ ਪਤਾ ਹੀ ਆ ਵੀ ਕਿੰਨਾ ਕਿੰਨੇ ਹੁੰਦਾ ਜੀ, ਜਿੰਨੇ ਮਰਜ਼ੀ ਚਲੇ ਜਾਓ ਕੋਈ ਨਹੀਂ, ਬਹੁਤ ਆ। ਹਾਂਜੀ, ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਹੈ ਜੀ ਵੀ ਇਹ ਕੈਨੇਡਾ ਵਰਗੇ ਦੇਸ਼ ਜਿੱਧਰ ਨੂੰ ਦੁਨੀਆ ਦਾ ਝੁਕਾਅ ਆ ਜੀ ਚੱਲੀਏ ਹਨਾ। ਜੀ ਜੀ ਜੀ, ਹੁਣ ਉਧਰ ਨੂੰ ਚਲੇ ਚੱਲੀਏ ਵੀ ਉਧਰ ਨੂੰ ਚਲੇ ਚੱਲੀਏ ਕਿਉਂ ਆ ਇਹ, ਚਲੋ ਕਈ ਵਾਰੀ ਆਪਾਂ ਫਿਰ ਇੱਥੇ ਆ ਕੇ ਨਹੀਂ ਵੀ ਵਿਚਾਰਦੇ ਬਾਅਦ ਦੇ ਵਿੱਚ, ਪਰ ਕੁੱਲ ਮਿਲਾ ਕੇ ਇਹਨਾਂ ਦੇ ਵਿੱਚ ਕੁਝ ਸਿਫਤਾਂ ਹੈਗੀਆਂ ਤੇ ਤਦੇ ਆਪਾਂ ਸ਼ਾਇਦ ਏਡੀ ਦੂਰੋਂ ਕਾਹਲੇ ਪੈਂਦੇ ਆ ਵੀ ਇਹਨਾਂ ਕੋਲ ਪਹੁੰਚ ਜਾਈਏ। ਸੋ ਇਹ ਅੱਜ ਵੀ ਸਾਡੇ ਮੁਲਕ ਦਾ ਜਿਹੜਾ ਇਮੀਗ੍ਰੇਸ਼ਨ ਲੈਵਲ ਆ ਅਰਸ਼, ਇਸ ਸਾਲ ਦੇ ਵਿੱਚ ਚਾਹੁੰਦੇ ਨੇ ਵੀ ਕੁੱਲ ਮਿਲਾ ਕੇ 4,30,000 ਤੋਂ ਜ਼ਿਆਦਾ, ਜੇ ਐਗਜ਼ੈਕਟ ਦੱਸਣਾ ਹੋਵੇ ਤੇ 4,31,645 ਆ ਜਿਹੜੇ ਵੀ ਇਮੀਗ੍ਰਾਂਟ ਆ ਉਹਨਾਂ ਨੂੰ ਅਪਰਚੁਨਿਟੀ ਦੇਣ ਦਾ ਇਹਨਾਂ ਨੇ ਲੈਵਲ 2022 ਦਾ ਜਿਹੜਾ ਮਿਥਿਆ ਹੋਇਆ GP ਉਹ ਹੈ। ਤੇ ਇਸੇ ਤਰ੍ਹਾਂ ਅਗਲੇ ਸਾਲ ਇਹ ਲੈਵਲ ਥੋੜਾ ਜਿਹਾ ਅਪ ਚਲਾ ਜਾਣਾ 4,47,000 ਦੇ ਕਰੀਬ, ਤੇ ਉਹ ਤੋਂ ਅਗਲੇ ਸਾਲ ਫੇਰ ਜਾਣੀ 24 ਦੇ ਵਿੱਚ ਹੋ ਜਾਣਾ ਇਹ 4.5 ਲੱਖ ਤੋਂ ਵੀ ਜ਼ਿਆਦਾ। ਪਰ ਇਹਦੇ ਤੋਂ ਬਾਅਦ ਜਾਣੀ ਕਿ ਵੀ ਇਹ ਨੈਕਸਟ ਜਿਹੜਾ ਆਪਾਂ ਦੇਖਦੇ ਹੁੰਦੇ ਵੀ ਹਰ ਸਾਲ ਨਵੰਬਰ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਜਿਹੜਾ GP ਆਪਣੀ ਇਮੀਗ੍ਰੇਸ਼ਨ ਰਿਪੋਰਟ ਆ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨੀ ਹੁੰਦੀ ਆ, ਤੇ ਨਾਲ ਹੀ ਜਿਹੜੇ GP ਮੁਲਕ ਦੇ ਵਿੱਚ ਇੱਥੋਂ ਦੀਆਂ ਲੋੜਾਂ ਤੇ ਪਾਪੂਲੇਸ਼ਨ ਦੇ ਪ੍ਰਪੋਰਸ਼ਨੇਟ ਦੇ ਲਿਹਾਜ਼ ਨਾਲ ਜਿਹੜੇ ਨਵੇਂ ਇਮੀਗ੍ਰੈਂਟ ਐਨੂਅਲ ਲਿਆਉਣ ਦਾ ਲੈਵਲ ਆ ਉਹਦਾ ਵੀ ਇਹਨਾਂ ਨੇ ਬਕਾਇਦਾ ਤੌਰ ਤੇ ਪ੍ਰੋਗਰਾਮ ਉਹ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਕਰਨਾ ਹੁੰਦਾ। ਸੋ ਇਹ ਆਪਾਂ ਐਕਸਪੈਕਟ ਕਰਦੇ ਹਾਂ ਕਿ ਨਵੰਬਰ ਦੇ ਵਿੱਚ ਰਿਪੋਰਟ ਜਿਹੜੀ ਆ ਇਮੀਗ੍ਰੇਸ਼ਨ ਮਿਨਿਸਟਰ ਦੀ ਆ ਜਾਏਗੀ। ਪਰ ਮੇਨ ਰੂਪ ਦੇ ਵਿੱਚ ਜਿਹੜਾ GP ਇੱਥੇ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਲੈਵਲ ਦਾ ਖਾਸ ਤੌਰ ਤੇ ਉਹ ਇਸੇ ਤਰੀਕੇ ਦੇ ਨਾਲ ਮਿੱਥੇ ਜਾਂਦੇ ਆ ਵੀ ਸਾਡੇ ਇੱਥੇ ਆਰਥਿਕਤਾ ਨੂੰ ਚਲਦੀ ਰੱਖਣ ਦੇ ਲਈ, ਤੇ ਦੂਸਰੇ ਪਾਸੇ ਸਾਡੇ ਇੱਥੇ ਪ੍ਰੋਵਿੰਸਸ ਦੇ ਵਿੱਚ ਕੀ ਲੋੜਾਂ ਨੇ, ਕਿੰਨੇ ਕੁ ਇਮੀਗ੍ਰਾਂਟ ਕਿਹੜੇ ਏਰੀਆ ਦੇ ਵਿੱਚ ਸੈੱਟ ਕੀਤੇ ਜਾ ਸਕਦੇ ਆ ਜੀ। ਇਸੇ ਕਰਕੇ ਆ ਹੁਣੇ ਨਿਊ ਬਰੰਜ਼ਵਿਕ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਤੇ ਪ੍ਰੋਵਿੰਸ਼ੀਅਲ ਜਿਹੜੇ ਇਮੀਗ੍ਰੇਸ਼ਨ ਮਿਨਿਸਟਰਸ ਨੇ ਉਹਨਾਂ ਦੀ ਮੀਟਿੰਗ ਵੀ ਹੋ ਕੇ ਹਟੀ ਆ। ਉਹਦੇ ਵਿੱਚ ਡਿਸਕਸ ਕੀਤਾ ਜਾਂਦਾ ਰਿਹਾ ਵੀ PNP ਦੇ ਤਹਿਤ ਵੀ ਜਾਣੀਆਂ ਪ੍ਰੋਵਿੰਸਸ ਆ ਉਹਨਾਂ ਨੂੰ ਹੋਰ ਕਿੰਨਾ ਕੁ ਕੋਟਾ ਜਿਹੜਾ ਵਧਾਇਆ ਘਟਾਇਆ ਜਾ ਸਕਦਾ, ਤੇ ਜਾਂ ਫਿਰ ਕਿੰਨਾ ਕੁ ਉਹਨਾਂ ਨੂੰ ਹੋਰ ਅਥਾਰਟੀ ਦਿੱਤੀ ਜਾ ਸਕਦੀ ਆ ਵੀ ਉਹ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਬਣਾ ਸਕਣ ਜਿਹਦੇ ਵਿੱਚ ਕਿ ਫੈਡਰਲ ਗਵਰਨਮੈਂਟ ਦਾ ਜਿਹੜਾ ਵੀ ਇੰਟਰਫੀਅਰੈਂਸ ਆ ਦਖਲ ਆ ਉਹ ਘੱਟ ਹੋਵੇ। ਤੇ ਦੂਸਰੇ ਪਾਸੇ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਆ GP ਉਹ ਵੀ ਮੇਨ ਪਿੱਲਰ ਹੁੰਦਾ ਸੀ ਕਦੇ, ਪਰ ਹੁਣ ਤਾਂ ਬੜਾ ਫੂਕ ਕਦਮ ਰੱਖਿਆ ਜਾ ਰਿਹਾ ਜੀ। ਫੈਮਿਲੀਜ਼ ਦੇ ਵਿੱਚ ਚਲੋ ਸਪਾਊਸਸ ਨੇ ਤਾਂ ਬੱਚਿਆਂ ਨੇ ਤਾਂ ਆਉਣਾ ਹੀ ਹੁੰਦਾ ਜਿਹੜੇ ਕੈਨੇਡੀਅਨ ਰੈਜ਼ੀਡੈਂਟਸ ਦੇ ਜਾਂ ਸਾਡੇ ਇੱਥੇ ਕੈਨੇਡੀਅਨ ਸਿਟੀਜ਼ਨਸ ਦੇ ਹੈਗੇ ਆ, ਪਰ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਤੇ ਜਾਣੀ ਕਿ ਜਿਹੜਾ GP ਰੋਕ ਵਾਲਾ ਹਿਸਾਬ ਹੀ ਆ ਵੀ ਸੁਪਰ ਵੀਜ਼ਾ ਜਿੰਨਾ ਮਰਜ਼ੀ ਲੈ ਲਓ, ਤੇ ਬਾਕੀ ਜਿਹੜਾ 2022 ਦਾ ਇਹਨਾਂ ਨੇ ਲੋਟਰੀ ਕੱਢਣੀ ਆ ਉਹ ਵੀ ਹਜੇ 25,000 ਐਪਲੀਕੇਸ਼ਨਸ ਦੀ ਨਿਕਲਣੀ ਹੈ, ਤੇ ਉਹ ਤੋਂ ਬਾਅਦ ਅਗਲੇ ਸਾਲ ਜਿਹੜੇ 28,500 ਹੋਰ ਅਪਰਚੁਨਿਟੀ ਮਿਲਣੀ ਹੈ ਜੀ। ਬੜਾ ਕਿ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦਾ ਜਿਹੜਾ ਸਿਲਸਿਲਾ ਉਹ ਸਲੋ ਲੱਗਦਾ ਜੀ, ਤੇ ਬਾਕੀ ਦੇ ਜਿਹੜੇ ਇਮੀਗ੍ਰੇਸ਼ਨ ਲੈਵਲਸ ਆ ਉਹ ਟਾਰਗੇਟ ਜਿਹੜੇ ਆ ਉਹ ਮੀਟ ਕਰਨ ਦੇ ਵਿੱਚ ਗਵਰਨਮੈਂਟ ਜਿਹੜੀ ਉਹ ਪ੍ਰੋਗਰੈਸ ਕਰ ਰਹੇ ਲੱਗਦੇ ਆ। ਦੀ ਐਸੋਸੀਏਸ਼ਨ ਕਲੱਬ ਜਿਸ ਦੇ ਵਿੱਚ ਸੀਨੀਅਰਸ ਦੇ ਜਿਹੜੇ ਸੀਨੀਅਰਸ ਕਲੱਬ ਨੇ ਜੀ 33 ਕਲੱਬਸ ਨੇ, ਇੱਕ ਅਜਿਹਾ ਐਨੂਅਲ 5th ਮਲਟੀਕਲਚਰਲ ਕੈਨੇਡਾ ਡੇ ਸੈਲੀਬ੍ਰੇਸ਼ਨਸ ਕਰਾਇਆ ਜਾ ਰਿਹਾ ਜੀ ਅਗਸਤ 13 ਨੂੰ ਬ੍ਰੈਂਪਟਨ ਸੇਵ ਮੈਕਸ ਸੌਕਰ ਸੈਂਟਰ ਦੇ ਵਿੱਚ। ਆਲਸੋ ਬਿਲਕੁਲ ਅਰਸ਼ੀ, ਜਿਸ ਤਰ੍ਹਾਂ ਬਾਕੀ ਸਭ ਕੁਝ ਹੁਣ ਕੋਵਿਡ ਤੋਂ ਬਾਅਦ ਰੀਸਟਾਰਟ ਹੋ ਰਿਹਾ, ਇਦਾਂ ਹੀ ਜਾਣੀ ਕਿ ਜਿਹੜਾ ਇਹ ਐਸੋਸੀਏਸ਼ਨ ਆਫ ਸੀਨੀਅਰਸ ਕਲੱਬ ਆ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਵੀ ਇਹ ਕਲੱਬਾਂ ਦੀ ਸਰਦਾਰ ਕਲੱਬ ਆ ਵੀ ਜਿੰਨੇ ਬਰੈਂਪਟਨ ਦੇ ਵਿੱਚ ਸੀਨੀਅਰਸ ਕਲੱਬ ਤੁਸੀਂ ਦੱਸਿਆ ਵੀ 33 ਆ, ਉਹਨਾਂ ਦੀ ਜਿਹੜੀ ਕਲੱਬ ਉਹਨਾਂ ਨੇ ਮਿਲ ਕੇ ਬਣਾਈ ਹੋਈ ਸਾਰੀ ਕਲੱਬਾਂ ਨੇ ਉਹਨੂੰ ਐਸੋਸੀਏਸ਼ਨ ਆਫ ਸੀਨੀਅਰਸ ਕਲੱਬ ਕਿਹਾ ਜਾਂਦਾ, ਜਿਹਦੇ ਪ੍ਰੈਜ਼ੀਡੈਂਟ ਇੱਕ ਵਾਰ ਫੇਰ ਜੰਗੀਰ ਸਿੰਘ ਸੈਂਧੀ ਪਿਛਲੇ ਦਿਨੀ ਚੁਣੇ ਗਏ ਸੀਗੇ। ਤੇ ਫਿਰ ਇਹ ਡਿਸਾਈਡ ਕੀਤਾ ਗਿਆ ਜੀ ਵੀ ਉਹਨਾਂ ਨੇ ਜਿਹੜਾ 13 ਅਗਸਤ ਨੂੰ ਆਪਣਾ ਇਹ ਐਨੂਅਲ ਮਲਟੀਕਲਚਰਲ ਕੈਨੇਡਾ ਡੇ ਸੈਲੀਬ੍ਰੇਸ਼ਨ ਰੱਖਿਆ ਹੁੰਦਾ, ਉਹ ਫਿਰ ਕੋਵਿਡ ਕਰਕੇ ਨਹੀਂ ਸੀ ਹੁਣ ਪਿੱਛੇ ਹੋ ਸਕਿਆ, ਪਰ ਇਸ ਵਾਰ ਫਿਰ ਇਹ 13 ਅਗਸਤ ਨੂੰ ਉਹਦੀ ਜਿਹੜੀ ਅੱਜ ਬਕਾਇਦਾ ਅਨਾਊਂਸ ਕਰ ਦਿੱਤੀ ਗਈ ਆ।
ਤੇ ਇਹ ਹਰ ਵਾਰ ਉੱਥੇ ਹੀ ਸੇਵ ਮੈਕਸ ਸੌਕਰ ਸੈਂਟਰ ਦੇ ਵਿੱਚ ਹੀ ਹੁੰਦਾ ਜੀ, ਤੇ ਇਸ ਵਾਰ ਵੀ ਉੱਥੇ ਹੀ ਰੱਖਿਆ ਗਿਆ, ਜਿਹੜਾ ਕਿ ਡਿਕਸੀ ਰੋਡ ਤੇ ਸੰਦਲਵੁੱਡ ਪਾਰਕਵੇ ਦੀ ਨੁੱਕਰ ਤੇ ਆ ਬਰੈਂਪਟਨ ਦੇ ਵਿੱਚ। ਸੋ ਕੁੱਲ ਮਿਲਾ ਕੇ ਇਹਦੇ ਵਿੱਚ ਇਹ ਆ ਜੀ ਵੀ ਕਾਫੀ ਕੁਝ ਦੇਖਣ ਨੂੰ ਮਿਲਦਾ ਹੁੰਦਾ, ਕਾਫੀ ਜਿਹੜੇ ਕਲਚਰਸ ਆ, ਸਾਡਾ ਪੰਜਾਬੀ ਵੀ, ਭਾਰਤੀ ਵੀ, ਹੋਰ ਜਿਹੜੇ ਦੂਸਰੀਆਂ ਕਮਿਊਨਿਟੀਜ਼ ਵੀ ਆ ਕੇ ਜਿਹੜਾ ਜੀ ਆਪਣੇ ਕਲਚਰ ਨੂੰ ਉੱਥੇ ਰਿਪਰਜੈਂਟ ਕਰਦੇ ਨੇ। ਸੋ ਬਹੁਤ ਸ਼ਾਨਦਾਰ ਇਹ ਪ੍ਰੋਗਰਾਮ ਜਿਹੜਾ ਜੀ ਵੀ ਇਹ ਐਸੋਸੀਏਸ਼ਨ ਆਫ ਸੀਨੀਅਰਸ ਕਲੱਬਸ ਦੇ ਵੱਲੋਂ ਜਿਹੜਾ ਜੀ ਵੀ ਉਹ ਲਿਖਿਆ ਜਾਂਦਾ। ਇਹ ਜੰਗੀਰ ਸਿੰਘ ਸੈਂਪੀ ਹੈਗੇ ਆ, ਬਾਕੀ ਉਹਨਾਂ ਦੇ ਨਾਲ ਸਾਰੀ ਉਹਨਾਂ ਦੀ ਐਗਜ਼ੈਕਟਿਵ ਆ, ਮੈਂਬਰ ਸਾਹਿਬਾਨ ਨੇ ਇਸ ਕਲੱਬ ਦੇ, ਉਹਨਾਂ ਦੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ, ਜੋ ਕਿ 416 409 0126 ਹੈ, 416409 0126 ਜੰਗੀਰ ਸਿੰਘ ਸੈਂਪੀ ਉਹਨਾਂ ਦਾ ਫੋਨ ਨੰਬਰ ਹੈ ਜੀ। RCMP ਇੱਕ RCMP ਆਫਿਸਰ ਜਿਸ ਦੀ ਉਮਰ ਤਕਰੀਬਨ 48 ਦੀ ਸੀ, ਉਸਨੂੰ ਗੋਲੀ ਮਾਰ ਕੇ ਪੁਲਿਸ ਵੱਲੋਂ ਉਹਦੇ ਖੁਦ ਦੇ ਘਰ ਦੇ ਵਿੱਚ ਹੀ ਮਿਡਨਾਈਟ ਗੋਲੀਆਂ ਦੀ ਬਾਸ਼ਾਰ ਹੋਈ ਹੈ। ਇਹ RCMP ਨੂੰ ਮਾਰਿਆ ਗਿਆ ਜੀ। ਕਾਫੀ ਵੱਡੀ ਸਟੋਰੀ ਹੈ ਇਹਦੇ ਪਿੱਛੇ ਜੌਲ ਸਾਹਿਬ। ਇਹ ਡੋਮੈਸਟਿਕ ਵਾਇਲੈਂਸ ਹੈ, ਘਰੇਲੂ ਹਿੰਸਾ ਜਿਹੜੀ ਆਪਾਂ ਸਦਾ ਗੱਲ ਕਰਦੇ ਹਾਂ ਨਾ, ਵੀ ਘਰੋਂ ਜਿਹੜੇ ਹੁਣ ਘਰ ਬਾਹਰੋਂ ਕੋਠੀਆਂ ਬਹੁਤ ਸੋਹਣੇ ਦੇਖਣ ਨੂੰ ਲੱਗਦੇ ਆ, ਸਜੇ ਹੋਏ, ਅੰਦਰ ਰਹਿ ਰਹੇ ਲੋਕਾਂ ਦੇ ਹਿਰਦੇ ਕਿੱਦਾਂ ਕਲੇਸ਼ਾਂ ਦੇ ਨਾਲ ਤਪਦੇ ਰੜਦੇ ਹੋ ਸਕਦੇ ਆ, ਇਹ ਘਟਨਾਵਾਂ ਤੋਂ ਪਤਾ ਲੱਗਦਾ ਜੀ। ਬਿਲਕੁਲ ਸਹੀ। ਹੁਣ ਇਹ ਬਹੁਤ ਜਾਣੇ ਆਪਣੇ ਆਪ ਦੇ ਵਿੱਚ ਦੇਖੋ ਕਿੱਡੀ ਇਹ ਵਿਚਾਰਗੀ ਵਾਲੀ ਗੱਲ ਹੈ ਕਿ ਪੁਲਿਸ ਆਫਿਸਰ ਨੂੰ ਪੁਲਿਸ ਹੀ ਗੋਲੀਆਂ ਮਾਰ ਕੇ ਮਾਰ ਦੇਵੇ। ਹਾਂਜੀ, ਹੁਣ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਾਣੀ ਕਿ ਉਹਦੇ ਕੋਲ ਚਾਕੂ ਸੀਗਾ, ਇਹ ਜਿਹੜਾ ਪੁਲਿਸ ਆਫਿਸਰ ਸੀਗਾ, ਇਹ ਐਡੀ ਵੱਡੀ ਦੁਰਘਟਨਾ ਵਾਪਰੀ ਹੈ ਬੈਠ ਦੇ ਵਿੱਚ ਮੌਂਟਰੀਅਲ ਦੇ ਨੇੜੇ ਵਾਪਰੀ ਵੀ ਅੱਧੀ ਰਾਤ ਤੋਂ ਬਾਅਦ ਆ। ਹੁਣ ਅੱਧੀ ਰਾਤ ਤੋਂ ਬਾਅਦ ਕੀ ਏਡਾ ਉੱਥੇ ਘਰ ਦੇ ਵਿੱਚ ਜਾਣੀ ਕਿ 3 ਹੀ ਤਾਂ ਜੀ ਸੀਗੇ ਜੀ, ਤੇ ਚਾਕੂ ਨਾਲ ਜੀ ਪਿਓ ਮਤਲਬ ਘਰ ਵਾਲੀ ਨੂੰ ਵੀ ਕਹਿ ਲਓ ਜ਼ਖਮੀ ਕੀਤਾ, ਤੇ ਕੁੜੀ ਨੂੰ ਵੀ ਜ਼ਖਮੀ ਕੀਤਾ, ਬੱਚੇ ਨੂੰ। ਤੇ ਉਸ ਤੋਂ ਬਾਅਦ ਆਪੇ ਹੀ 911 ਕਾਲ ਕਰ ਦਿੱਤੀ, ਕਿਉਂਕਿ ਅਕਸਰ RCMP ਆਫਿਸਰ ਸੀ ਨਾ। RCMP ਆਫਿਸਰ ਦੀ ਟ੍ਰੇਨਿੰਗ ਤੇ ਬੜੀ ਵੱਡੀ ਆ ਕੈਨੇਡਾ ਦੇ ਵਿੱਚ, ਵੀ ਡੋਮੈਸਟਿਕ ਵਾਇਲੈਂਸ ਦੀ ਸਿਚੁਏਸ਼ਨ ਉਹਨਾਂ ਨੇ ਤਾਂ ਕਾਮ ਡਾਊਨ ਕਰਨੀ ਹੁੰਦੀ ਆ ਕੇ, ਹਨਾ ਜੀ ਜੀ। ਤੇ ਉਹ ਖੁਦ ਇਸ ਦਾ ਵਿਕਟਿਮ ਕਿਵੇਂ ਬਣਿਆ, ਇਹਦੇ ਪਿੱਛੇ ਬਹੁਤ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਕਹਾਣੀ ਇਸ ਤਰ੍ਹਾਂ ਦੀ ਹੋ ਸਕਦੀ ਆ। ਪਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਜਦੋਂ ਫਿਰ ਪੁਲਿਸ ਆਈ ਆ, ਹਨਾ, ਪੁਲਿਸ ਨੂੰ ਇਹਨੇ ਆਪ ਹੀ 911 ਜਾਣੀ ਕਿ ਫੋਨ ਕਰਕੇ ਦੱਸਿਆ ਵੀ ਮੈਂ ਕੋਈ ਕਾਰਾ ਕਰ ਬੈਠਾ। ਤੇ ਫਿਰ ਜਦੋਂ ਪੁਲਿਸ ਆਈ ਆ ਤੇ ਇਹਨੇ ਚਾਕੂ ਨਹੀਂ ਛੱਡਿਆ, ਚਾਕੂ ਇਹਦੇ ਹੱਥ ਵਿੱਚ ਸੀਗਾ। ਤੇ ਹੁਣ ਫਿਰ ਆਪਾਂ ਦੇਖ ਰਹੇ ਹਾਂ ਜਦੋਂ ਸਸਪੈਕਟ ਨਹੀਂ ਇੰਸਟਰਕਸ਼ਨਸ ਫੋਲੋ ਕਰਦੇ ਇਸ ਦੇਸ਼ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਪੁਲਿਸ ਦੀਆਂ, ਤੇ ਪੁਲਿਸ ਫਿਰ ਇਹ ਆ ਜੀ ਵੀ ਐਂਡ ਤੇ ਗੋਲੀ ਚਲਾ ਦਿੰਦੇ ਆ ਜੇ ਉਹ ਨਾ ਹੱਥ ਖੜੇ ਕਰੇ, ਹਨਾ, ਵੀ ਉਹਦੇ ਹੱਥ ਵਿੱਚ ਕੋਈ ਸ਼ੈ ਹੋਵੇ, ਭਾਵੇਂ ਉਹ ਹਥਿਆਰ ਨਾ ਵੀ ਹੋਵੇ, ਸੋ ਹੱਥ ਖੜੇ ਪੁਲਿਸ ਦੇ ਕਹਿਣ ਤੇ ਉਹ ਨਾ ਕਰੇ ਤੇ ਗੋਲੀ ਸਿੱਧੀ ਛਾਤੀ 'ਚ ਵੱਜ ਜਾਣੀ ਆ। ਤੇ ਇਸ ਕਰਕੇ ਅੱਜ ਫਿਰ ਗੋਲੀ ਇਹਦੇ ਵੀ ਵੱਜੀ ਆ, ਇੱਕੋ ਹੀ ਗੋਲੀ ਉਹਨਾਂ ਨੇ ਚਲਾਈ ਆ, ਤੇ ਮੌਤ ਵੀ ਮੌਕੇ ਤੇ ਹੋ ਗਈ ਜੀ। ਤੋ ਤਦ ਕਰਕੇ ਅੱਜ ਵੀ ਇਹ ਬੜੀ ਉਦਾਸ ਕਰਨ ਵਾਲੀ ਘਟਨਾ ਹੈ। ਕੁੱਲ ਮਿਲਾ ਕੇ ਜਾਣੀ ਕਿ ਜਿਹੜਾ ਬੱਚਾ ਜ਼ਖਮੀ ਹੋਇਆ ਇਹਦੇ ਵਿੱਚ ਉਹ ਵੀ ਟੀਨਏਜਰ ਹੈ, ਔਰਤ ਹੈ ਜਿਹੜੀ ਜੀ ਵੀ ਉਹ ਵੀ ਹਸਪੀਟਲ ਦੇ ਵਿੱਚ ਹੈ। ਇਸ ਵਿਅਕਤੀ ਦੀ ਜਿਹੜੀ ਆ ਮੌਤ ਹੋ ਚੁੱਕੀ ਆ। ਤੇ ਪੂਰਾ ਇਹ ਭਗਤੀ ਵਾਲਾ ਵੈਸੇ ਕੰਮ ਹੁੰਦਾ, RCMP ਦਾ ਆਫਿਸਰ ਬਣਨਾ ਹੀ ਪਹਿਲੀ ਗੱਲ ਕੋਈ ਮਖੌਲ ਵਾਲੀ ਗੱਲ ਨਹੀਂ ਨਾ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਬਿਲਕੁਲ, ਉਹ ਕਹਿੰਦੇ 100 ਬੰਦੇ ਅਪਲਾਈ ਕਰਨ ਤੇ ਵਿੱਚੋਂ ਮਤਲਬ 4-5 ਮੁਸ਼ਕਿਲ ਨਾਲ ਸਿਲੈਕਟ ਹੁੰਦੇ ਆ। ਮੈਂ ਕਿਹਾ ਜੀ 95-96 ਕਿਉਂ ਕੱਢ ਦਿੰਦੇ ਆ? ਕਹਿੰਦੇ ਜੀ ਬੈਡ ਐਪਲ ਪਹਿਲੋਂ ਪਾਸੇ ਕਰ ਦਿੰਦੇ ਆ। ਹੁਣ ਬੈਡ ਐਪਲ ਪਹਿਲੋਂ ਪਾਸੇ ਕਰਤੇ, ਪਰ ਉਹ 4-5 ਦੇ ਵਿੱਚ ਵੀ ਗਾਂਹ ਜਾ ਕੇ ਤੁਸੀਂ ਦੇਖ ਲਓ ਪੁਲਿਸ ਅਫਸਰ ਕਈ ਤਰ੍ਹਾਂ ਦੀਆਂ ਕੰਪਲੇਂਟਸ ਆਉਂਦੀਆਂ ਰਹਿੰਦੀਆਂ ਵੀ ਜਾਣੀ ਬੈਡ ਐਪਲ ਫਿਰ ਵੀ ਰਹਿ ਜਾਂਦੇ। ਸੋ ਇਸ ਕਰਕੇ ਬੈਡ ਐਪਲ ਕੱਢਣਾ ਸੰਭਵ ਹੈ ਕਿ ਨਹੀਂ ਸਮਾਜ ਦੇ ਵਿੱਚੋਂ, ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬੋ-ਗਰੀਬ ਸਵਾਲ ਹੈ। ਪਰ ਬੈਡ ਐਪਲ ਨਾਲ ਦੀ ਨਾਲ ਪਰ ਆਪਣੇ ਆਪ ਦੇ ਵਿੱਚ ਇੱਕ ਘਟਨਾ ਬੜੀ ਦੁਖਦਾਈ ਹੈ ਜੀ ਜੋ ਵਾਪਰੀ ਹੈ। ਸੋ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਕੈਂਡੀਡੇਟ ਇਸ ਵੇਲੇ ਸਾਡੇ ਨਾਲ ਫੋਨ ਤੇ ਲਾਈਨ ਤੇ ਸਕੂਲ ਟਰਸਟੀ ਕੈਂਡੀਡੇਟ ਸਰਦਾਰ ਸਤਪਾਲ ਸਿੰਘ ਜੌਹਲ ਜੀ ਸਾਡੇ ਨਾਲ ਇਸ ਵੇਲੇ ਲਾਈਨ ਤੇ ਹਾਜ਼ਰ ਨੇ ਜੀ। ਐਂਡ ਵਾਰਡ 9 ਅਤੇ 10 ਕਾਫੀ ਵੱਡਾ ਇਹ ਇਲਾਕਾ ਹੈ ਜੀ, ਵਨ ਆਫ ਦਾ ਮੇਨ ਇਲਾਕਾ ਇਨ ਬਰੈਂਪਟਨ ਦੇ ਵਿੱਚ। ਜੌਹਲ ਸਾਹਿਬ, ਇੱਕ ਵਾਰੀ ਆਪਾਂ ਦੱਸ ਦਈਏ ਕਿ ਜਿਹੜੇ ਰੋਡਸ ਨੇ, ਮੈਪਸ ਨੇ, ਬਿਕਾਜ਼ ਕਈ ਕਨਫਿਊਜ਼ਨ ਬੋਵੇਡ ਤੋਂ ਇੱਧਰ ਉੱਧਰ ਹੋ ਜਾਂਦਾ ਹੈ। ਕਈ ਫੋਨਸ ਆਏ ਕਿ ਅਸੀਂ ਜੌਹਲ ਸਾਹਿਬ ਨੂੰ ਪਾਉਣਾ ਵੋਟ, ਮੈਂ ਕਿਹਾ ਤੁਸੀਂ ਤਾਂ ਉਹਨਾਂ ਦੇ ਰਾਈਡਿੰਗ 'ਚ ਨਹੀਂ ਰਹਿ ਰਹੇ, ਉਹ ਤਾਂ ਕਹਿੰਦੇ ਇੱਧਰ ਨੂੰ ਆ। ਪਰ ਉਹ ਥੋੜੀ ਬਰੈਂਪਟਨ ਦੀ ਹਸਪੀਟਲ ਦੀ ਥੋੜੀ ਕਨਫਿਊਜ਼ਨ ਜੀ ਆ ਰਹੀ, ਤੁਸੀਂ ਕਲੀਅਰ ਕਰਨਾ ਚਾਹੋਗੇ ਜੀ? ਹਾਂਜੀ, ਨਹੀਂ ਕੋਈ ਐਸੀ ਗੱਲ ਨਹੀਂ। ਦੇਖੋ ਮੇਫੀਲਡ ਰੋਡ ਤੇ ਜਾ ਕੇ ਬਰੈਂਪਟਨ ਖਤਮ ਹੋ ਜਾਂਦਾ ਤੇ ਕੈਲੇਡਨ ਸ਼ੁਰੂ ਹੋ ਜਾਂਦਾ ਨਾਰਥ ਸਾਈਡ ਨੂੰ ਨਾ ਜੀ। ਮਤਲਬ ਮੇਫੀਲਡ ਰੋਡ ਜਿਹੜਾ ਉਹ ਬਾਰਡਰ ਆ ਉਹ ਕੈਲੇਡਨ ਤੇ ਬਰੈਂਪਟਨ ਨੂੰ ਵੰਡਦਾ। ਮੇਫੀਲਡ ਰੋਡ ਜਿੱਥੇ ਜਾ ਕੇ ਹਾਈਵੇ 50 ਨੂੰ ਮਿਲ ਜਾਵੇ, ਉਹ ਜਾਣੀ ਕਿ ਈਸਟ ਸਾਈਡ ਤੇ ਐਂਡ ਕਾਰਨਰ ਹੈਗਾ ਹਾਈਵੇ 50 ਦੇ ਨਾਲ ਫੀਲਡ ਜੁੜਦੀ ਆ ਵਾਰਡ 10 ਦਾ।
ਸੋ ਹਾਈਵੇ 50 ਆਲ ਦਾ ਵੇ ਐਬਨੀਜ਼ਰ ਰੋਡ ਤੱਕ ਜਿਹੜਾ ਜੀ ਤੇ ਫਿਰ ਉਸ ਤੋਂ ਬਾਅਦ ਗੌਰ ਰੋਡ। ਸੋ ਗੌਰ ਰੋਡ ਦੀ ਜਿਹੜੀ ਈਸਟ ਸਾਈਡ ਆ ਮੰਦਰ ਵਾਲੀ ਸਾਈਡ ਉਹ ਵਾਰਡ 10 ਦੇ ਵਿੱਚ ਪੈਂਦੀ ਆ। ਬਾਕੀ ਕੈਸਲਮੋਰ ਰੋਡ ਤੋਂ ਨਾਰਥ ਸਾਈਡ ਨੂੰ ਮੇਫੀਲਡ ਤੱਕ ਜਿੰਨਾ ਵੀ ਏਰੀਆ ਉਹ ਵਾਰਡ 10 ਟੋਰਬਰਮ ਰੋਡ ਤੱਕ। ਟੋਰਬਰਮ ਰੋਡ ਤੋਂ ਹਾਈਵੇ 10 ਤੱਕ ਜਿਹੜਾ ਜੀ ਉਹ ਵਾਰਡ 9 ਸ਼ੁਰੂ ਹੋ ਜਾਂਦਾ। ਉਹ ਵਾਰਡ 9 ਵੀ ਮੇਫੀਲਡ ਰੋਡ ਜਾਣੀ ਅੱਗੇ ਨਿਕਲਦੀ ਜਿੱਥੇ ਹਾਈਵੇ 410 ਨੂੰ ਜਾ ਕੇ ਟੱਚ ਕਰਦੀ ਉੱਥੇ ਖਤਮ ਹੁੰਦਾ ਵਾਰਡ 9 ਫਿਰ। ਤੇ ਬੋਵੇਡ ਡਰਾਈਵ ਜਿਹੜੀ ਆ ਜੀ ਹਸਪੀਟਲ ਦੇ ਅੱਗਿਓਂ ਲੰਘਦੀ ਆ ਜੀ। ਇਹ ਬੋਵੇਡ ਡਰਾਈਵ ਤੇ ਕੈਸਲ ਮੋੜ ਜਿਹੜੀ ਆ ਜੀ ਇਹ ਵਾਰਡ 9, 10 ਤੇ 7, 8 ਨੂੰ ਵੰਡਦੀ ਆ। ਸੋ ਬੋਵੇਡ ਡਰਾਈਵ ਤੇ ਕੈਸਲ ਮੋੜ ਰੋਡ ਤੋਂ ਨਾਰਥ ਸਾਈਡ ਨੂੰ ਮੇਫੀਲਡ ਰੋਡ ਤੱਕ ਇਹ ਵਾਰਡ 9, 10 ਆ ਜੀ। ਏਰੀਆ ਤੁਸੀਂ ਬਿਲਕੁਲ ਠੀਕ ਆ, ਬਹੁਤ ਵੱਡਾ 2 ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਇਲਾਕਾ ਪੈ ਜਾਂਦਾ ਇਹਦੇ ਵਿੱਚ। ਤਦੇ ਕਰਕੇ ਕਹਿੰਦੇ ਆ ਜੀ ਵੀ ਸਾਡੀ ਕੋਸ਼ਿਸ਼ ਤਾਂ ਹੋਣੀ ਆ ਜਗ੍ਹਾ ਜਗ੍ਹਾ ਜਾਈਏ ਕੰਪੇਨ ਦੇ ਦੌਰਾਨ, ਪਰ ਜੇ ਨਾ ਜਾ ਸਕੇ ਭੈਣ ਭਰਾ ਤੇ ਹੱਥ ਬਣ ਕੇ ਬੇਨਤੀ ਹੈ ਕਿ ਤੁਸੀਂ ਆਪੇ ਸਾਡਾ ਆਉਣਾ ਜਾਣਾ ਕਰਕੇ ਸਮਝ ਕੇ ਸਾਡੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਜੀ ਉਸ ਵੇਲੇ ਸਮਾਂ ਥੋੜਾ ਹੋਣ ਕਰਕੇ ਮੁਸ਼ਕਲਾਂ ਨੂੰ, ਤੇ ਤੁਸੀਂ ਆਪ ਵੀ ਵੈਸੇ ਬਹੁਤ ਸਾਥ ਦੇ ਰਹੇ ਭੈਣ ਭਰਾ, ਐਸੀ ਗੱਲ ਨਹੀਂ, ਬਹੁਤ ਭੈਣ ਭਰਾ ਸਾਥ ਦੇ ਰਿਹਾ। ਅਰਸ਼ ਅਸੀਂ ਬਸ ਸੀਖ ਕਰ ਸਕਦੇ ਹਾਂ, ਪਤਾ ਵੀ ਨਹੀਂ ਗਾ ਕਈ ਵਾਰੀ ਲੱਗਦਾ ਵੀ ਕਿੱਥੇ ਕਿੱਥੇ ਸਾਥ ਦੇ ਰਹੇ ਆਪਣੇ ਆਪ ਜੀ। ਉਹਨਾਂ ਦੀਆਂ ਫੀਲਿੰਗਸ ਜੁੜੀਆਂ ਹੋਈਆਂ ਨੇ, ਬਹੁਤ ਧੰਨਵਾਦੀ ਹਾਂ। ਇਨਸਾਨ ਅਰਸ਼ ਇਹ ਆ ਕੰਮ ਕੀਤਾ ਯਾਦ ਰਹਿ ਜਾਂਦਾ, ਚੰਗੇ ਕੰਮ ਦਾ ਅਸਰ ਵੀ ਸਮਾਜ ਤੇ ਪੈਂਦਾ ਤੇ ਬੁਰੇ ਕੰਮ ਦਾ ਅਸਰ ਵੀ ਤੁਹਾਡੇ ਤੇ। ਸੋ ਇਸ ਕਰਕੇ ਚੁੱਪ ਚਪੀਤੇ ਜੋ ਅਸੀਂ ਆਪਣੇ ਕੰਮਾਂ ਵਿੱਚ ਲੱਗੇ ਹੋਏ ਹਾਂ, ਬਹੁਤਾ ਕੁਝ ਸਾਨੂੰ ਦੱਸਣ ਦੀ ਲੋੜ ਕੋਈ ਨਹੀਂ। ਭੈਣ ਭਰਾ ਆਪ ਜਾਣੀ ਜਾਣਨੇ, ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ। ਸੋ ਜਿੰਨਾ ਵੀ ਸਹਾਇਤਾ ਕੀਤੀ ਜਾ ਰਹੀ ਹੈ ਬਹੁਤ ਮਿਹਰਬਾਨੀ। ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਇਲੈਕਸ਼ਨ ਹੋਏਗੀ ਜੀ 24 ਅਕਤੂਬਰ ਨੂੰ। ਬਾਕੀ ਮਿਊਨਿਸਪਲ ਇਲੈਕਸ਼ਨ ਦੇ ਨਾਲ ਇੱਕ ਬੈਲਟ ਪੇਪਰ ਤੇ ਜਿੱਥੇ ਮੇਅਰ, ਕੌਂਸਲਰ, ਰੀਜਨਲ ਕੌਂਸਲ ਦੀ ਚੋਣ ਕਰੋਗੇ, ਨਾਲ ਹੀ ਵਾਰਡ 9, 10 ਦੇ ਵਿੱਚ ਬੈਲਟ ਪੇਪਰ ਜਿਹੜਾ ਹੋਏਗਾ ਉੱਥੇ ਸਕੂਲ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦਾ ਨਾਂ ਵੀ ਹੋਏਗਾ। ਉਸ ਦੀ ਜਿਹੜੀ ਚੋਣ ਕਰਕੇ ਜਿਹੜੀ ਕਾਮਯਾਬ ਕਰੋ। ਬਹੁਤ ਬਹੁਤ ਧੰਨਵਾਦੀ ਸਾਰਿਆਂ ਦੇ। ਥੈਂਕ ਯੂ ਸਰ। ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।